ਮਿੰਟੂ ਜੀ, ਅੱਜ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਸੀਐਮ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਕੀ ਅਪੀਲ ਕੀਤੀ ਆ? ਕਹਿੰਦੇ ਵੀ ਤਿਆਰੀਆਂ ਖਿੱਚ ਲਓ, ਤੁਹਾਨੂੰ ਪੁਲਿਸ ਦੇ ਵਿੱਚ ਭਰਤੀ ਕਰਾ ਦੇਣਾ ਹੈ ਆਪਾਂ, ਕੋਈ ਚੱਕਰ ਹੀ ਨਹੀਂ ਹੈਗਾ। ਕਹਿੰਦੇ ਕਿ 1800 ਪਲੱਸ 400 ਮਤਲਬ ਕਿ 2200 ਜਣਿਆਂ ਦੀ ਭਰਤੀ ਜਿਹੜੀ ਆ ਹਰੇਕ ਵਰੇ ਉਹ ਕਰਿਆ ਕਰਨੀ ਆ। ਤੁਸੀਂ ਤਿਆਰੀ ਖਿੱਚੋ, ਆਪਾਂ ਉਹ ਪ੍ਰਕਿਰਿਆ ਸਾਲ ਦੇ ਸ਼ੁਰੂਆਤੀ ਦੌਰ ਦੇ ਵਿੱਚ ਸ਼ੁਰੂ ਕਰਕੇ ਤੇ ਅਖੀਰ ਤੱਕ ਨੇਪਰੇ ਚਾੜ ਦਿਆ ਕਰਨੀ ਆ। ਮਤਲਬ ਕਿ ਉਹਨਾਂ ਨੇ 2200 ਰੁਜ਼ਗਾਰ ਦੀ ਗਰੰਟੀ ਦੇ ਦਿੱਤੀ ਹੈ। ਵੈਸੇ ਤਾਂ ਇਹਨਾਂ ਨੇ ਰੁਜ਼ਗਾਰ ਦੀ ਗਰੰਟੀ ਜਿਹੜੀ ਆ ਉਹ ਦਿੱਤੀ ਸੀਗੀ ਕਿ ਰੁਜ਼ਗਾਰ ਮਿਲੇਗਾ, ਸਭ ਨੂੰ ਮਿਲੇਗਾ ਤੇ ਗੋਰੇ ਵੀ ਇੱਥੇ ਅਪਲਾਈ ਕਰ ਸਕਣਗੇ ਆ ਕੇ। ਪਰ ਹੁਣ ਕਹਿੰਦੇ ਕਿ 2200 ਨੌਕਰੀ ਜਿਹੜੀ ਉਹ ਪੱਕੀ ਹੈ। ਤੁਸੀਂ ਪੰਜਾਬ ਪੁਲਿਸ ਵਾਲੇ ਜਿਹਨੇ ਵੀ ਇਧਰ ਸੁਪਨੇ ਦੇਖੇ ਆ ਤਾਂ ਉਹ ਇੱਥੇ ਆ ਕੇ ਸੁਪਨੇ ਪੂਰੇ ਕਰ ਸਕਦਾ। ਤਾਂ ਖੈਰ ਦੇਖੋ, ਬਠਿੰਡੇ ਦੇ ਵਿੱਚ ਰਾਜ ਪੱਧਰੀ ਸਮਾਗਮ ਸੀਗਾ, ਉੱਥੇ ਇਹਨਾਂ ਨੇ ਝੰਡਾ ਫਹਿਰਾਇਆ, ਕਾਫੀ ਵੱਡੀ ਤਕਰੀਰ ਕੀਤੀ, ਉਹਦੇ ਵਿੱਚ ਕਿਹਾ ਕਿ ਕੋਹਿਨੂਰ ਵਾਂਗੂ ਆਪਾਂ ਪੂਰਾ ਚਮਕਾ ਦੇਣਾ ਵਾ ਪੰਜਾਬ ਨੂੰ। ਫਿਰ ਇਸ ਤੋਂ ਇਲਾਵਾ ਕਹਿੰਦੇ ਕਿ ਦੁਨੀਆ 'ਚ ਸਭ ਤੋਂ ਨੀਲਾ ਪਾਣੀ ਤਾਂ ਨੰਗਲ ਦੇ ਵਿੱਚ, ਉੱਥੇ ਆਪਾਂ ਸੈਰ ਸਪਾਟਾ ਕੇਂਦਰ ਬਣਾਵਾਂਗੇ। ਹੋਰ ਕੁਝ ਮਜ਼ਾਹੀਆ ਅੰਦਾਜ਼ ਦੇ ਵਿੱਚ ਜਾਂ ਕੁਝ ਕਹਿ ਲਓ ਗੁੱਝੇ ਅੰਦਾਜ਼ ਦੇ ਵਿੱਚ ਵੀ ਜਿਸ ਤਰ੍ਹਾਂ ਗੱਲਾਂ ਕਰਦੇ ਹੁੰਦੇ ਆ, ਦੂਜਿਆਂ ਤੇ ਵੀ ਥੋੜਾ ਜਿਹਾ ਕੱਸ ਗਏ, ਨਿਸ਼ਾਨਾ ਕੱਸ ਗਏ। ਤਾਂ ਖੈਰ ਵੱਡੀ ਗੱਲ ਇਹਨਾਂ ਨੇ ਬਠਿੰਡਾ ਵਾਸੀਆਂ ਵਾਸਤੇ ਇਹ ਕੀਤੀ ਕਿ ਤੁਹਾਨੂੰ ਆਪਾਂ ਇੱਕ ਬੱਸ ਅੱਡਾ ਦੇ ਦਿਆਂਗੇ। ਬਠਿੰਡਾ ਕਾਫੀ ਡਿਵੈਲਪ ਹੋ ਗਿਆ ਸ਼ਹਿਰ, ਪਰ ਉਹਦਾ ਬੱਸ ਅੱਡਾ ਜਿਹੜਾ ਉਹ ਬਿਲਕੁਲ ਸੈਂਟਰ ਦੇ ਵਿੱਚ ਆ, ਵਿਚਾਲੇ ਆ। ਇਸ ਕਰਕੇ ਉਹ ਕਹਿੰਦੇ ਕਿ ਬਾਹਰ ਕੱਢ ਦਿਆਂਗੇ, ਵਧੀਆ ਤੁਹਾਨੂੰ ਵੱਡਾ ਦੇ ਦੇਣਾ ਆ। ਪਰ ਸਭ ਤੋਂ ਵੱਡੀ ਜਿਹੜੀ ਗੱਲ ਇਹਨਾਂ ਨੇ ਕਹੀ ਉਹ ਇਹੀ ਕਹੀ ਕਿ ਬਈ ਰੁਜ਼ਗਾਰ ਦੇ ਮੌਕੇ ਅਸੀਂ ਦੇਵਾਂਗੇ ਤੁਹਾਨੂੰ, ਪਰ ਦੇਵਾਂਗੇ ਪੰਜਾਬ ਪੁਲਿਸ 'ਚ। ਹਾਲਾਂਕਿ ਦੇਖੋ, ਪੰਜਾਬ ਪੁਲਿਸ ਦੇ ਵਿੱਚ ਵੀ ਜੇ ਨੌਕਰੀਆਂ ਦੇਣੀਆਂ ਹੋਣ ਖਾਸੀਆਂ ਦਿੱਤੀਆਂ ਜਾ ਸਕਦੀਆਂ। ਉਹਦਾ ਇਹਨਾਂ ਨੇ ਅੱਜ ਨਾ ਆਈਲੈਟਸ ਵਾਲਿਆਂ ਤੇ ਵੀ ਨਿਸ਼ਾਨਾ ਕੱਸਿਆ। ਉਹ ਕਹਿੰਦੇ ਕਿ ਦੇਖੋ, ਭਗਤ ਸਿੰਘ ਹੋਰਾਂ ਨੇ ਬਲੀਦਾਨ ਦੇ ਕੇ, ਕੁਰਬਾਨੀ ਦੇ ਕੇ ਗੋਰਿਆਂ ਨੂੰ ਕੱਢਿਆ ਸੀ। ਅੱਜ ਕੋਈ ਮਾਂ ਦੀਆਂ ਵਾਲੀਆਂ ਚੁੱਕੀ ਫਿਰਦਾ, ਕੋਈ ਬਾਪੂ ਦੀ ਜ਼ਮੀਨ ਵੇਚ ਕੇ 40-40 ਲੱਖ ਰੁਪਈਆ ਜਿਹੜਾ ਉਹ ਚੁੱਕੀ ਫਿਰਦੇ ਆ ਕਿ ਲਓ ਜੀ ਅਸੀਂ ਜਾਣਾ ਹੈ ਗੋਰਿਆਂ ਦੇ ਦੇਸ਼। ਉਹ ਕਹਿੰਦੇ ਕਿ ਜੇ ਗੋਰਿਆਂ ਕੋਲ ਹੀ ਜਾ ਕੇ ਕੰਮ ਕਰਨਾ ਸੀ ਤਾਂ ਫਿਰ ਇਹਨਾਂ ਨੂੰ ਇੱਥੇ ਕੱਢਣ ਦਾ ਫਾਇਦਾ ਕੀ ਸੀਗਾ? ਫਿਰ ਕੁਰਬਾਨੀਆਂ ਦਾ ਕੀ ਤੁੱਕ ਰਹਿ ਜਾਂਦਾ ਹੈ? ਤਾਂ ਉਹਨਾਂ ਦਾ ਸਵਾਲ ਵੈਸੇ ਬਹੁਤ ਹੱਦ ਤੱਕ ਜਾਇਜ਼ ਹੈਗਾ, ਪਰ ਇਹਨਾਂ ਦੇ ਜਿਹੜੇ ਪਹਿਲੇ ਵਿਆਹ ਦੇ ਬੱਚੇ ਉਹ ਕਿੱਥੇ ਨੇ? ਉਹ ਵੀ ਤੇ ਵੇਖਣ ਵਾਲੀ ਗੱਲ ਹੈ। ਤਾਂ ਦੂਜੀ ਗੱਲ ਜਿਹੜੀ ਹੈ ਕਿ ਬਈ ਹੁਣ ਰੁਜ਼ਗਾਰ ਦੇ ਮੁੱਦੇ ਤੇ 2200 ਜੌਬ ਜਿਹੜੀ ਪੁਲਿਸ ਦੀ ਹੈ, ਚਲੋ ਆਪਾਂ ਹੋਰ ਤਾਂ ਨਹੀਂ ਕਹਿੰਦੇ, ਪਰ ਮੈਂ ਸਮਝਦਾ ਕਿ ਇਹ ਵੀ ਵਧਾਈ ਜਾ ਸਕਦੀ ਆ। 2200 ਤਾਂ 5 ਸਾਲਾਂ 'ਚ ਤੁਸੀਂ ਦੇਖ ਲਓ ਕਿੰਨੀ ਬਣੇਗੀ ਉਹ ਜੀ। ਤਾਂ ਲੋੜ ਇਹ ਆ ਕਿ ਤੁਹਾਨੂੰ ਇਹ ਪੁਲਿਸ ਦੀ ਜਿਹੜੀ, ਕਿਉਂਕਿ ਫੌਜ ਦੀ ਅੱਗੇ ਆਪਾਂ ਨੂੰ ਭਰਤੀ ਦੀ ਥੋੜੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਕਾਫੀ ਉਮੀਦ ਰਹਿੰਦੀ ਸੀ, ਨੌਜਵਾਨ ਉਧਰ ਚਲੇ ਜਾਂਦੇ ਸੀ। ਉਹ ਹੁਣ ਅਗਨੀਵੀਰ ਸਕੀਮ ਨੇ ਬਿਲਕੁਲ ਹੀ ਬੇੜਾ ਧੋ ਦਿੱਤਾ ਉਧਰੋਂ ਵੀ, ਤੇ ਇਧਰੋਂ ਤੁਹਾਨੂੰ ਵਧਾਉਣੀ ਚਾਹੀਦੀ ਆ ਭਰਤੀ। ਮੇਰਾ ਮੰਨਣਾ ਇਹ ਆ। ਕਿਉਂਕਿ ਇਹਦੇ ਵਿੱਚ ਹੋਰ ਸਮੱਸਿਆ ਵਿਜੇ ਜੀ, ਲਾਅ ਐਂਡ ਆਰਡਰ ਇੰਨਾ ਭੈੜਾ ਹੋ ਗਿਆ ਸਾਡੇ ਇੱਥੇ ਕਿ ਘਰਾਂ ਦੇ ਵਿੱਚ ਵੜ ਕੇ ਕਤਲ ਹੋ ਜਾਂਦੇ ਨੇ, ਲੁੱਟ ਲੈ ਜਾਂਦੇ ਨੇ, ਵਾਲੀਆਂ ਲਾ ਕੇ ਲੈ ਜਾਂਦੇ ਨੇ, ਸਾਰਾ ਕੁਝ ਚੱਲੀ ਜਾਂਦਾ। ਤਾਂ ਉਲਟਾ ਕੀ ਹੈ ਕਿ ਸਾਡੇ ਕੋਲ ਜਿਹੜੀ ਨਫਰੀ ਆ ਉਹ ਥੋੜੀ ਪੈ ਰਹੀ ਆ ਵਸੋਂ ਦੇ ਅਨੁਪਾਤ। ਔਰ ਦੂਜੀ ਗੱਲ ਆ ਕਿ ਜ਼ਿਆਦਾਤਰ ਜੇ ਤੁਸੀਂ ਪੁਰਾਣੀ ਭਰਤੀ ਦੇਖੋਗੇ ਉਹ 92 ਤੋਂ 95 ਜਾਂ 90 ਤੋਂ 94 ਇਸ ਅਰਸੇ ਦੀ ਹੈ, ਜਿਹੜੀ ਕਿ ਹੁਣ ਰਿਟਾਇਰਮੈਂਟ ਹੋਣ ਦੇ ਕੰਢੇ ਤੇ ਆ ਗਈ ਆ। ਹੋਰ 2-4 ਸਾਲਾਂ ਦੇ ਵਿੱਚ ਤਕਰੀਬਨ ਇਸ ਫੋਰਸ ਦਾ ਨਫਰੀ ਦਾ ਇੱਕ ਬਹੁਤ ਵੱਡਾ ਹਿੱਸਾ ਰਿਟਾਇਰਮੈਂਟ ਤੱਕ ਪਹੁੰਚ ਜਾਏਗਾ ਜੀ। ਯਾਨੀ ਜਿਹੜਾ ਆਹ ਹੈ 2200 ਦੀ ਭਰਤੀ ਵਾਲਾ ਇਹ ਤੁਹਾਡਾ ਅੰਕੜਾ, ਇਹ ਤਾਂ ਰੂਟੀਨ ਦੀ ਭਰਤੀ ਹੈ ਨਾ। ਜਿੰਨੇ ਕੋਈ VRS ਲੈ ਗਏ, ਕੋਈ ਕੈਨੇਡਾ ਆ ਗਿਆ, ਕੋਈ ਕਿਤੇ ਚੱਲ ਗਿਆ, ਜਾਂ ਕੋਈ ਡੈਥ ਕੇਸ ਹੋ ਗਿਆ, ਜਾਂ ਕੋਈ ਸਸਪੈਂਡ ਹੋ ਗਿਆ, ਡਿਸਮਿਸ ਹੋ ਗਿਆ, ਉਹ ਚੀਜ਼ਾਂ ਤੇ ਰੂਟੀਨ ਦੀਆਂ ਨੇ, ਉਹ ਤਾਂ ਚੱਲਦੀਆਂ ਰਹਿੰਦੀਆਂ ਨੇ। ਤਾਂ ਇੱਕ ਤੁਹਾਡਾ ਬਹੁਤ ਵੱਡਾ ਪੋਸਟ ਜਿਹੜਾ ਉਸ ਵੇਲੇ ਦਾ ਭਰਤੀ ਆ ਉਹ ਰਿਟਾਇਰਮੈਂਟ ਤੱਕ ਪਹੁੰਚਿਆ ਖਲੋਤਾ ਹੈ। ਤਾਂ ਮੇਰਾ ਮੰਨਣਾ ਇਹ ਆ ਕਿ ਤੁਹਾਨੂੰ ਨਫਰੀ ਵਧਾਉਣੀ ਚਾਹੀਦੀ ਆ ਵਸੋਂ ਦੇ ਅਨੁਪਾਤ। ਤੇ ਦੂਜੀ ਚੀਜ਼ ਇਹ ਹੈ ਕਿ ਭਰਤੀ ਘੱਟੋ ਘੱਟ ਜੇ ਤੁਸੀਂ ਇਹ ਸਾਲ ਦੀ ਲਿਮਿਟਡ ਕੀਤੀ ਹੈ ਤਾਂ ਉਹ ਅੰਕੜਾ 5 ਤੋਂ 10 ਹਜ਼ਾਰ ਦੇ ਵਿਚਾਲੇ ਹੋਣਾ ਚਾਹੀਦਾ ਹੈ ਜੀ ਜੀ। ਮਿੰਟੂ ਜੀ, 26 ਜਨਵਰੀ ਤੇ ਇਸ ਗੱਲ ਨੂੰ ਲੈ ਕੇ ਬੜੀ ਤਵੱਕੋ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਰਿਹਾਈ ਮਿਲ ਸਕਦੀ ਆ ਜੇਲ੍ਹ ਚੋਂ, ਤੇ ਉਹਦੀ ਪੂਰੇ ਤੁਸੀਂ ਵੇਰਵੇ ਸਾਂਝੇ ਕਰਦੇ ਰਹੇ ਹੋ ਕਿ ਕਿਵੇਂ ਜਿਹੜੇ ਬਾਹਰ ਕੁਝ ਲੋਕ ਸੀ ਨਵਜੋਤ ਸਿੰਘ ਸਿੱਧੂ ਦੇ ਸਵਾਗਤ ਦੀ ਤਿਆਰੀਆਂ ਦੇ ਵਿੱਚ ਉਹਨਾਂ ਨੇ ਬੈਨਰ ਵਗੈਰਾ ਵੀ ਲਵਾ ਛੱਡੇ ਸੀ। ਪਰ ਜਿਉਂ-ਜਿਉਂ ਉਹ ਸਮਾਂ ਨੇੜੇ ਆਉਂਦਾ ਗਿਆ, ਤੁਸੀਂ ਬੜੀ ਕਲੀਅਰਲੀ ਉਹ ਗੱਲ ਦੱਸੀ ਸੀ ਕਿ ਉਹ ਜਿਹੜੀ ਵਿੰਡੋ ਆਫ ਓਪਰਚੁਨਿਟੀ ਆ ਉਹ ਬੰਦ ਹੁੰਦੀ ਜਾ ਰਹੀ ਸੀ ਵੀ ਜੇ 26 ਤਰੀਕ ਨੂੰ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਚੋਂ ਰਿਹਾ ਕੀਤਾ ਜਾਣਾ ਸੀ ਤਾਂ ਉਹਦੀ ਕਾਰਵਾਈ, ਉਹਦਾ ਜਿਹੜਾ ਸੰਕੇਤ ਸੀਗੇ ਉਹ ਪਿਛਲੇ ਦਿਨਾਂ ਦੇ ਵਿੱਚ ਨਜ਼ਰ ਆਉਣੇ ਚਾਹੀਦੇ ਸੀ, ਨਜ਼ਰ ਆਏ ਕੋਈ ਨਹੀਂ। 26 ਤਰੀਕ ਆ ਕੇ ਹੁਣ ਇੰਡੀਆ ਦੇ ਵਿੱਚ ਆਲਮੋਸਟ ਲੰਘ ਚੁੱਕੀ ਆ, ਨਵਜੋਤ ਸਿੱਧੂ ਅਜੇ ਵੀ ਜੇਲ੍ਹ ਵਿੱਚ ਨੇ। ਪਰ ਅੱਜ ਉਹਨਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੇ ਕੀ ਕਿਹਾ? ਦੇਖੋ,
ਨਵਜੋਤ ਕੌਰ ਸਿੱਧੂ ਨੇ ਰਾਤ 12 ਵਜੇ ਇੱਕ ਟਵੀਟ ਕੀਤਾ ਸੀ ਵਿਜੇ ਜੀ, ਜਿਹਦੇ ਵਿੱਚ ਉਹਨਾਂ ਨੇ ਇੱਕ ਸ਼ਬਦ ਇਸਤੇਮਾਲ ਕੀਤਾ ਸੀਗਾ, ਜਿਵੇਂ ਉਹ ਕੋਟ ਕਰਾਂ ਤਾਂ ਜਾਨਵਰ, ਮਤਲਬ ਕਿ ਸਿੱਧੂ ਦੀ ਇੱਕ ਤੁਲਨਾ, ਜਿੱਦਾਂ ਕਹਿ ਲਓ ਸਿੱਧੂ ਦੀ ਤੁਲਨਾ ਕਰਕੇ ਕਿਹਾ ਸੀਗਾ। ਕਿਹਾ ਇਸ ਕਰਕੇ ਸੀਗਾ ਕਿ ਬਈ ਉਹ ਬਹੁਤ ਖਤਰਨਾਕ ਜਾਨਵਰ ਹੈ, ਕਿ ਜਿਵੇਂ ਕਹਿ ਕੇ ਨਵਜੋਤ ਸਿੰਘ ਸਿੱਧੂ ਖੂੰਖਾਰ ਜਾਨਵਰ ਦੀ ਕੈਟਾਗਰੀ ਵਿੱਚ ਆਉਂਦੇ ਆ। ਇਸ ਲਈ ਸ਼ਾਇਦ ਸਰਕਾਰ ਨਹੀਂ ਚਾਹੁੰਦੀ ਕਿ ਉਹਨਾਂ ਨੂੰ 75ਵੀਂ ਆਜ਼ਾਦੀ ਉੱਤੇ ਰਾਹਤ ਮਿਲੇ, ਇਸ ਲਈ ਸਾਰੇ ਸਿੱਧੂ ਤੋਂ ਦੂਰ ਰਹੋ। ਇਹ 12 ਵਜੇ ਦੇ ਕਰੀਬ ਆਇਆ ਟਵੀਟ, ਯਾਨੀ ਜਦੋਂ ਆਪਾਂ ਗੱਲਬਾਤ ਕਰਕੇ ਹਟ ਗਏ ਉਸ ਤੋਂ ਘੰਟਾ ਕੁ ਬਾਅਦ ਆਇਆ। ਤਾਂ ਇਹਦਾ ਮਤਲਬ ਕਿ ਰਾਤ ਨੂੰ ਜਦੋਂ 26 ਜਨਵਰੀ ਚੜ ਰਹੀ ਸੀਗੀ ਤਾਂ ਉਸ ਵੇਲੇ ਬੀਬੀ ਸਿੱਧੂ ਦਾ ਟਵੀਟ ਕਰਨਾ ਇਸ ਗੱਲ ਦੀ ਸ਼ਾਦੀ ਭਰਦਾ ਕਿ ਉਹਨਾਂ ਨੂੰ ਕਨਫਰਮ ਹੋ ਗਿਆ ਸੀਗਾ ਕਿ ਸਿੱਧੂ ਰਿਹਾ ਨਹੀਂ ਹੋ ਰਹੇ। ਤਾਂ ਫਿਰ ਉਹਨਾਂ ਨੇ ਆਪਣੀ ਜਿਹੜੀ ਤੜਫਣ ਕਹਿ ਲੋ, ਖਿੱਚ ਕਹਿ ਲੋ, ਉਹ ਕੱਢੀ ਆ ਸਰਕਾਰ ਤੇ। ਵੈਸੇ ਦੱਸਦੇ ਆ ਕਿ ਸਿੱਧੂ ਦੇ ਘਰੇ ਟੈਂਟ ਲੱਗੇ ਹੋਏ ਸਨ, ਹੋਰਡਿੰਗ ਲੱਗੇ ਹੋਏ ਸਨ, ਸਾਰੇ ਪ੍ਰਬੰਧ ਸੀ। ਕੁਝ ਨੇਤਾ ਉੱਥੇ ਪਹੁੰਚ ਗਏ, ਕੁਝ ਰਾਹਾਂ ਦੇ ਵਿੱਚ ਸੀਗੇ। ਜਦ ਨੂੰ ਇਹ ਸਾਫ਼ ਹੋ ਗਿਆ ਕਿ ਨਹੀਂ 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 ਨਹੀਂ, ਅੱਜ ਤੱਕ ਮਾਮਲਾ ਜਿਹੜਾ ਉਹ ਟਲ ਗਿਆ ਜੀ। ਤੇ ਲੋਕ ਜਿਵੇਂ ਉਹ ਗਾਣਾ ਸੀਗਾ ਨਾ, ਜੀਪਾਂ ਆ ਗਈਆਂ ਕਚਹਿਰੀਆਂ ਖਾਲੀ, ਸੱਜਣਾ ਨੂੰ ਕੈਦ ਬੋਲ ਗਈ, ਤੇ ਕੈਦ ਤੇ ਪਹਿਲਾਂ ਹੀ ਬੋਲੀ ਸੀ, ਕਹਿੰਦੇ ਕਿ ਜੀਪਾਂ ਜੇਲ੍ਹ ਕੋਲੋਂ ਆ ਗਈਆਂ ਖਾਲੀ ਤੇ ਫਾਈਲ ਮਾਣ ਹੋਣਾ ਦੱਬ ਲਈ। ਤਾਂ ਫਾਈਲ ਉੱਥੇ ਦੱਬੀ ਰਹਿ ਗਈ। ਤਾਂ ਇੱਥੇ ਜਦੋਂ ਜਮਾਵੜਾ ਹੋਇਆ, ਸ਼ਮਸ਼ੇਰ ਸਿੰਘ ਦੂਲੋ ਵਰਗੇ ਨੇਤਾ ਇਹ ਸਾਰੇ ਸੀਗੇ, ਯਾਨੀ ਜਿਹੜਾ ਸਿੱਧੂ ਖੇਮਾ ਆਪਾਂ ਕਹਿ ਸਕਦੇ ਹਾਂ, ਸਿੱਧੂ ਧੜਾ ਕਹਿ ਸਕਦੇ ਹਾਂ, ਤਾਂ ਇਹਨਾਂ ਨੇ ਕਾਫੀ ਜ਼ਿਆਦਾ ਖਿੱਚ ਕੱਢੀ। ਦੂਲੋ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੁਝ ਸਾਡੇ ਬੰਦਿਆਂ ਨੂੰ ਵੀ ਥੋੜੀ ਸਿੱਧੂ ਦੇ ਆਉਣ ਤੋਂ ਨਾ ਹੈਗੀ ਐਲਰਜੀ ਹੈਗੀ ਆ, ਮਤਲਬ ਕਿ ਉਹਨਾਂ ਨੂੰ ਵੀ ਡਰਿਆ ਜੀ। ਸਿੱਧੂ ਫੋਬੀਆ ਕੇਂਦਰ ਨੂੰ ਵੀ ਹੈ, ਇੱਥੋਂ ਦੀ ਸਰਕਾਰ ਨੂੰ ਵੀ, ਤੇ ਕੁਝ ਸਾਡੇ ਬੰਦੇ ਵੀ ਡਰਦੇ ਆ। ਸਾਡੇ ਬੰਦੇ ਦਾ ਮਤਲਬ ਕੀ ਹੈ ਕਿ ਕਾਂਗਰਸ ਦਾ ਧੜਾ ਜੀ। ਤਾਂ ਇਹ ਚਰਚਾ ਜਿਹੜੀ ਸੀ ਉਹ ਅੱਜ ਇੱਕ ਵਾਰੀ ਕਹਿ ਲਓ ਕਿ ਵਿਰਾਮ ਤੇ ਪਹੁੰਚ ਗਈ ਕਿ ਸਿੱਧੂ ਦੀ ਰਿਹਾਈ ਹੋਏਗੀ। ਆਪਾਂ ਬਿਲਕੁਲ ਇਸ ਗੱਲ ਨੂੰ ਬੁੱਝ ਲਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਸ਼ਾਇਦ ਨਹੀਂ ਹੋਏਗੀ। ਉਹਦਾ ਕਾਰਨ ਜੇ ਤੁਸੀਂ ਅੱਜ ਵੀ ਦੇਖੋਗੇ, ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਮੋਰਚਾ ਲੱਗਿਆ ਹੋਇਆ, ਉਹਦਾ ਮਾਰਚ ਸੀਗਾ ਜੀ। ਬਹੁਤ ਵੱਡਾ ਇਕੱਠ ਸੀਗਾ, ਬਹੁਤ ਜੋਸ਼ ਸੀਗਾ ਸੰਗਤਾਂ ਦੇ ਵਿੱਚ। ਤਾਂ ਇਸ ਸੂਰਤ ਦੇ ਵਿੱਚ ਜਦੋਂ ਇੱਕ ਮੋਰਚਾ ਭਖ ਰਿਹਾ ਹੈ, ਬਹੁਤ ਵੱਡੇ ਜਲੌ ਤੇ ਜਾ ਰਿਹਾ ਹੈ, ਤਾਂ ਉਸ ਵੇਲੇ ਸਿੱਧੂ ਵਰਗੀ ਕਹਿ ਲਓ ਕਿ ਹਸਤੀ ਨੂੰ ਜੇ ਵੇਲੇ ਤੋਂ ਪਹਿਲਾਂ ਰਿਹਾਈ ਦਿੰਦੇ ਆ ਤੇ ਇਹਨਾਂ ਵਾਸਤੇ ਕਸੂਤਾ ਹੋ ਜਾਣਾ ਸੀਗਾ। ਪਰ ਗੱਲ ਇਹ ਹੈ ਕਿ ਮੈਂ ਸਮਝਦਾ ਕਿ ਇਹਨਾਂ ਨੇ ਜੋ ਕੀਤਾ ਹੈ ਵਿਜੇ ਜੀ, ਉਹ ਠੀਕ ਨਹੀਂ ਹੈ। ਠੀਕ ਨਹੀਂ ਹੈ। ਠੀਕ ਕਿਸ ਲਿਹਾਜ਼ ਨਾਲ ਨਹੀਂ ਹੈ ਕਿ ਇਹਨਾਂ ਨੇ ਇੱਕ ਵੀ ਬੰਦਾ ਰਿਹਾ ਨਹੀਂ ਕੀਤਾ, ਨਾ 15 ਅਗਸਤ ਨੂੰ ਤੇ ਨਾ 26 ਜਨਵਰੀ ਨੂੰ ਜੀ, ਛੋਟਾ ਕੈਦੀ ਵੀ। ਜਦ ਕਿ ਸੁਪਰੀਮ ਕੋਰਟ ਵਾਰ-ਵਾਰ ਕਹਿੰਦਾ ਹੈ, ਸੁਪਰੀਮ ਕੋਰਟ ਨੇ ਕਈ ਵਾਰੀ ਕਿਹਾ ਕਿ ਤੁਸੀਂ ਜਿਹਨੂੰ ਜ਼ਮਾਨਤ ਦੇਣੀ ਹੈ ਦੇ ਦਿਓ, ਜਿਹਦਾ ਟ੍ਰਾਇਲ ਚੱਲਣਾ ਹੈ। ਹੁਣ ਜਿਵੇਂ ਆਪਾਂ ਲਖੀਮਪੁਰ ਵਾਲੇ ਮਾਮਲੇ 'ਚ ਦੇਖਿਆ ਜੀ ਕਿ ਉੱਥੇ ਟ੍ਰਾਇਲ ਕੋਰਟ ਤੋਂ ਪੁੱਛਿਆ ਕਿ ਕਿੰਨਾ ਚਿਰ ਲੱਗੇਗਾ, ਉਹਨਾਂ ਆਖਿਆ ਕਿ ਇੰਨੇ ਸਾਲ, ਉਹਨਾਂ ਕਿਹਾ ਜਾਓ। ਦੂਸਰੇ ਪਾਸੇ ਵਾਰ-ਵਾਰ ਕਹਿੰਦੇ ਆ ਕਿ ਬਾਈ ਛੋਟੇ ਕੇਸਾਂ ਦੇ ਵਿੱਚ ਜ਼ਮਾਨਤ ਦੇ ਦਿਓ ਜੀ, ਬੇਲੋੜੇ ਕੇਸਾਂ ਦੇ ਵਿੱਚ ਜੇ ਬਾਉਂਡ ਨਹੀਂ ਹੈ ਤਾਂ ਉਦਾਂ ਹੀ ਛੱਡ ਦਿਓ। ਮਤਲਬ ਕਿ ਇੱਕ ਪਾਸੇ ਸੁਪਰੀਮ ਕੋਰਟ ਵਾਰ-ਵਾਰ ਕਹਿੰਦਾ ਹੈ ਕਿ ਤੁਸੀਂ ਜੇਲ੍ਹਾਂ ਦਾ ਰਸ਼ ਘੱਟ ਕਰੋ, ਤਾਂ ਦੂਸਰੇ ਪਾਸੇ ਕੀ ਹੈ ਕਿ ਹੁਣ 15 ਅਗਸਤ ਤੇ ਵੀ ਇਹਨਾਂ ਨੇ ਨਿੱਕੇ ਕੈਦੀ, ਗਰੀਬ ਕੈਦੀ ਜਿਹੜੇ ਆ ਉਹ ਰਿਹਾ ਨਹੀਂ ਕੀਤੇ। ਤਾਂ 15 ਅਗਸਤ ਵਾਲਾ ਮਾਮਲਾ ਤਾਂ ਚਲੋ ਉਲਝ ਗਿਆ, ਰਾਜਪਾਲ ਨੇ ਫਾਈਲ ਭੇਜੀ ਸੀ ਕਿ ਕੱਲੇ ਕੈਦੀ ਦਾ ਮੈਨੂੰ ਬਾਇਓਡਾਟਾ ਦਿਓ। ਇਹਨਾਂ ਨੇ ਸਾਰੀ ਲਿਸਟ ਇਕੱਠਿਆਂ ਬਣਾ ਦਿੱਤੀ ਸੀਗੀ, ਉਹ ਉਲਝ ਗਿਆ ਮਾਮਲਾ। ਦੁਬਾਰਾ ਇਹਨਾਂ ਨੇ ਫਾਈਲ ਬਣਾ ਕੇ ਭੇਜੀ ਨਹੀਂ ਅਲੱਗ-ਅਲੱਗ। ਤਾਂ ਐਤਕੀ ਕੀ ਹੈ ਕਿ ਸਿੱਧੂ ਦੇ ਚੱਕਰ ਦੇ ਵਿੱਚ ਉਹ ਜਿਹੜੇ ਮਾਤੜਾ ਨੇ, ਮੰਨ ਲਓ ਕੋਈ ਮਹੀਨਾ, 2 ਮਹੀਨੇ, 3 ਮਹੀਨੇ ਘਰੇ ਪਹੁੰਚ ਜਾਣਾ ਸੀ ਪਹਿਲਾਂ, ਉਹ ਵੀ ਰਗੜੇ ਗਏ ਉਹ ਵੀ ਰਗੜੇ ਗਏ। ਤੇ ਇਹ ਗੱਲ ਜਿਹੜੀ ਹੈ ਮੈਨੂੰ ਠੀਕ ਨਹੀਂ ਲੱਗੀ, ਕਿਉਂਕਿ ਮਹੀਨਾ 2 ਮਹੀਨੇ ਕੈਦ ਦਾ ਇੱਕ ਬੜਾ ਵੱਡਾ ਫਰਕ ਪੈ ਜਾਂਦਾ ਹੈ, ਘਰਾਂ ਤੇ ਬਹੁਤ ਵੱਡਾ ਫਰਕ ਪੈ ਜਾਂਦਾ ਹੈ। ਤਾਂ ਚਲੋ ਸਿੱਧੂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਦੇ ਤੇ ਕੰਮ ਕਾਰ ਚੱਲਦੇ ਆ। ਪਰ ਜੇ ਮਾਤੜ ਕਿਸੇ ਨੂੰ ਰਿਹਾ ਕਰ ਦਿੰਦੇ ਤਾਂ ਕੋਈ ਫਰਕ ਨਹੀਂ ਸੀ ਪੈਣਾ। ਪਰ ਇਹਨਾਂ ਨੇ ਨਾਲ ਇੱਕ ਵੀ ਕੈਦੀ ਦੀ ਰਿਹਾਈ ਨਹੀਂ ਕੀਤੀ ਵੇਲੇ ਤੋਂ ਪਹਿਲਾਂ। ਔਰ ਆਪਾਂ ਦੇਖਿਆ ਹਰਿਆਣੇ ਦੇ ਵਿੱਚ ਉਹਨਾਂ ਨੇ 2 ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਜੀ। ਬਿਲਕੁਲ, ਇੱਧਰ ਮੈਸੇਜ ਆ ਰਿਹਾ ਜੀ, ਕਹਿੰਦੇ ਸਿਰਸੇ ਵਾਲਾ ਬਾਬਾ ਜ਼ਰੂਰ ਛੱਡਤਾ, ਪਰ ਇੱਧਰ ਆ ਰਿਹਾਈਆਂ ਨਹੀਂ ਹੋਈਆਂ। ਹਾਂਜੀ, ਦੇਖੋ ਉਹੀ ਹੈ ਨਾ ਕਿ ਨਾ ਸਿੱਧੂ ਦੀ ਰਿਹਾਈ, ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਾਮਲਾ ਵੀ ਬਿਲਕੁਲ ਇਹਦੇ ਨਾਲ ਹੀ ਹੁਣ ਤੋਲਿਆ ਜਾਂਦਾ ਹੈ ਕਿ ਉਹਨੂੰ ਵਾਰ-ਵਾਰ ਕਿਉਂ ਛੱਡਿਆ ਜਾ ਰਿਹਾ। ਦੇਖੋ ਇਹਦੇ ਤੇ ਵਿਜੇ ਜੀ ਕਿਸੇ ਦਿਨ ਖੁੱਲ ਕੇ ਆਪਾਂ ਗੱਲ ਕਰ ਲਾਂਗੇ। ਮੈਂ ਤੁਹਾਨੂੰ ਗਰਾਊਂਡ ਦੀ ਜਿਹੜੀ ਮਤਲਬ ਕੀ ਗੱਲ ਹੈ ਉਹ ਵੀ ਦੱਸ ਦੂੰਗਾ, ਕਾਨੂੰਨੀ ਪੱਖ ਤੋਂ ਕੀ ਟੈਕਨੀਕਲਿਟੀ ਹੁੰਦੀ ਹੈ ਇਹਦੇ ਵਿੱਚ, ਕੀ ਇਹਦੇ ਵਿੱਚ ਕਹਿ ਲਓ ਕਿ ਹੋਰ ਚੀਜ਼ਾਂ ਹੁੰਦੀਆਂ ਨੇ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਦੇਖਣੀਆਂ ਪੈਣਗੀਆਂ, ਸਮਝਣੀਆਂ ਪੈਣਗੀਆਂ। ਕਾਫੀ ਖੁੱਲਾ ਵਿਸ਼ਾ ਬਣ ਜਾਂਦਾ ਹੈ ਜੀ ਬਿਲਕੁਲ। ਉਹਦੇ 'ਚ ਤੁਹਾਨੂੰ ਕੁਝ ਤਕਨੀਕੀ ਨੁਕਤੇ ਦੇਖਣੇ ਪੈਣਗੇ ਕਾਨੂੰਨੀ ਪੱਖ ਤੋਂ,
ਕੀ ਹੁੰਦੇ ਨੇ, ਮਤਲਬ ਕਿ ਸਾਫ਼ ਹੈ। ਮੈਂ ਉਹਨੂੰ ਥੋੜਾ ਸੰਖੇਪ ਚ ਨਿਬੇੜਾਂ ਤਾਂ ਗੱਲ ਇਹ ਆ ਕਿ ਹੁਣ ਦੇਖੋ ਪੈਰੋਲ ਆ, ਜਿੱਦਾਂ ਪੈਰੋਲ ਕਾਨੂੰਨ ਨੇ ਲਿਖ ਦਿੱਤਾ ਕਿ ਪੈਰੋਲ ਮੰਗ ਸਕਦਾ ਕੋਈ ਵੀ ਬੰਦਾ, ਜਿਹਦਾ ਸ਼ਰਤ ਇਹ ਹੈ ਕਿ ਕੰਡਕਟ ਅੱਛਾ ਹੈ, ਠੀਕ ਹੈ ਜੀ। ਤਾਂ ਕੋਈ ਵੀ ਕੈਦੀ ਹੈ ਕੰਡਕਟ ਅੱਛਾ ਰੱਖਦਾ ਉਹ ਪੈਰੋਲ ਲਈ ਅਪਲਾਈ ਕਰੇਗਾ, ਇਹ ਉਹਨਾਂ ਨੇ ਕਹਿ ਦਿੱਤਾ। ਪਰ ਦੂਸਰੀ ਪ੍ਰੋਵੀਜ਼ਨ ਜਾਂ ਦੂਸਰਾ ਪ੍ਰਬੰਧ ਕੀ ਹੈ, ਉਹਦੇ ਚ ਕੀ ਹੈ ਕਿ ਬਈ ਦੂਸਰਾ ਪ੍ਰਬੰਧ ਇਹ ਆ, ਜਾਂ ਆਪਾਂ ਤਕਨੀਕੀ ਤੌਰ ਤੇ ਵੇਖੀਏ ਤਾਂ ਦੂਸਰਾ ਪਹਿਲੂ ਇਹ ਆ ਕਿ ਮਨਜ਼ੂਰ ਪ੍ਰਸ਼ਾਸਨ ਨੇ ਕਰਨੀ ਹੈ। ਹੁਣ ਜਿਹੜਾ ਪ੍ਰਸ਼ਾਸਨ ਹੈ, ਪ੍ਰਸ਼ਾਸਨ ਤਾਂ ਜਿਹੜਾ ਹੈ ਉਹ ਉਹਦੇ ਤਲਵੇ ਚੱਟ ਰਿਹਾ ਹੈ ਜੀ। ਸੋਚਣ ਵਾਲੀ ਗੱਲ ਹੈ ਨਾ ਕਿ ਕਾਨੂੰਨ ਨੇ ਤਾਂ ਬਰਾਬਰ ਅਧਿਕਾਰ ਦਿੱਤਾ ਕਿ ਕੋਈ ਵੀ ਕੈਦੀ ਆ ਨਿਰਪੱਖ ਢੰਗ ਦੇ ਨਾਲ ਵੇਖੋ, ਜਿਹੜਾ ਵੀ ਅੱਛਾ ਕੰਡਕਟ ਰੱਖਦਾ ਜੇਲ੍ਹ ਦੇ ਵਿੱਚ, ਜਿਹਦੀ ਵੀ ਸੰਭਾਵਨਾ ਹੈ ਪੈਰੋਲ ਦੀ, ਉਹਨੂੰ ਦੇ ਦਿਓ। ਪਰ ਦੇਣ ਵਾਲੇ ਨੇ ਗਾਂ ਹੁਣ ਨਿਗਾਹ ਜਾਂ ਨੀਅਤ ਜਿਹੜੀ ਉਹ ਕਾਣੀ ਰੱਖੀ ਹੈ ਜੀ ਜੀ। ਉਹ ਗੱਲ ਇਹ ਹੈ ਕਿ ਸਾਨੂੰ ਥੋੜਾ ਜਿਹਾ ਤਕਨੀਕੀ ਤੌਰ ਤੇ ਇਸ ਮਾਮਲੇ ਦੇ ਵਿੱਚ ਇਹ ਵੇਖਣਾ ਪਵੇਗਾ। ਇਸ ਮਾਮਲੇ ਦੀ ਜਿਹੜੀ ਹੈਗੀ ਆ ਟੈਕਨੀਕਲਿਟੀ ਉਹ ਵੱਖਰੀ ਹੁੰਦੀ ਹੈ ਜੀ ਕਾਨੂੰਨੀ ਨੁਕਤੇ ਨਿਗਾਹ ਤੋਂ ਜੀ। ਬਸ ਇਹੀ ਫਰਕ ਹੈ ਕਿ ਜਿਹੜਾ ਬੰਦਾ ਮੰਨ ਲਓ ਸਰਕਾਰ ਦੇ ਨੇੜੇ ਆ ਤਾਂ ਉਹ ਹਾਸਲ ਕਰ ਗਿਆ। ਹੁਣ ਜਿਹਨੂੰ ਸਰਕਾਰ ਨਹੀਂ ਚਾਹੁੰਦੀ ਉਹ ਬਸ ਰੋਕ ਦਿੱਤਾ, ਸਿੰਪਲ ਹੈ ਇਹਦੇ ਵਿੱਚ। ਵੈਸੇ ਲੰਮੀ ਚੌੜੀ ਹੈ ਕਿ ਇਹਦੇ ਵਿੱਚ ਕੀ ਪਹਿਲੂ ਨੇ, ਜਿਵੇਂ ਉਮਰ ਕੈਦ ਆ, ਉਮਰ ਕੈਦ ਦਾ ਇੱਕ ਪਹਿਲੂ ਹੈ, ਫਿਰ ਪੈਰੋਲ ਦੀਆਂ ਗਾ ਸ਼ਰਤਾਂ ਨੇ ਉਹ ਇੱਕ ਪਹਿਲੂ ਹੈ। ਜਿਵੇਂ ਆਪਾਂ ਦੇਖਿਆ ਹਰਿਆਣੇ ਵਾਲਿਆਂ ਨੇ ਕੀ ਚਲਾਕੀ ਕੀਤੀ, ਬਸ ਸੰਖੇਪ ਚ ਬਸ ਕੁਝ ਸੈਕਿੰਡ ਲਵਾਂਗਾ ਤੁਹਾਡੇ ਵਿੱਚ ਜੀ, ਗੱਲ ਥੋੜੀ ਕਲੀਅਰ ਹੋ ਜਾਏਗੀ ਕਿ ਹਰਿਆਣੇ ਵਾਲਿਆਂ ਨੇ ਕੀਤਾ ਕਿ ਸਰਸੇ ਦੇ ਵਿੱਚ ਉਹਨੂੰ ਅਲਾਓ ਨਹੀਂ ਕੀਤਾ ਕਿ ਤੂੰ ਆਏਗਾ, ਲਾਅ ਐਂਡ ਆਰਡਰ ਦਾ ਵਿਸ਼ਾ ਰੱਖੇ, ਉਹਨੂੰ ਕਹਿ ਕੇ ਤੂੰ ਯੂਪੀ ਚ ਛੁੱਟੀ ਕੱਟੇਗਾ। ਮਤਲਬ ਕਿ ਦੇਖੋ ਕਿੰਨੀ ਚਲਾਕੀ ਹੈ ਸਰਕਾਰ ਦੀ ਕਿ ਸਰਸੇ ਦੇ ਵਿੱਚ ਉਹਦਾ ਵਿਰੋਧ ਹੋ ਸਕਦਾ ਹੈ, ਸਿੱਖ ਜਥੇਬੰਦੀਆਂ ਪਹੁੰਚ ਸਕਦੀਆਂ ਕਿਉਂਕਿ ਪੰਜਾਬੀ ਬਹੁਤ ਨੇ ਹਰਿਆਣੇ ਦੇ ਵਿੱਚ ਵੀ, ਬਹੁਤ ਕੁਝ ਹੋ ਸਕਦਾ ਹੈ। ਤਾਂ ਉਹਨਾਂ ਨੇ ਇਹਦਾ ਰਸਤਾ ਵੀ ਲੱਭ ਲਿਆ ਜੀ, ਹਿਸਾਬ ਲਾ ਲਓ। ਔਰ ਇਹ ਉਹੀ ਸਰਕਾਰ ਹੈ ਹਰਿਆਣੇ ਦੀ ਜਿਹਨੇ ਇਹਨੂੰ 2 ਸਾਲ ਪੈਰੋਲ ਤੋਂ ਨਾ ਕੀਤੀ ਰੱਖੀ। ਜਿਵੇਂ ਹੀ ਸੌਦਾ ਸੈੱਟ ਹੋਇਆ, ਮਤਲਬ ਕਿ ਇਲੈਕਸ਼ਨ ਵਗੈਰਾ ਨੇੜੇ ਆਏ, ਤਾਂ ਇਹਨਾਂ ਨੇ ਨਾਲ ਦੀ ਨਾਲ ਉਹਨੂੰ ਜ਼ਮਾਨਤਾਂ ਜਿਹੜੀਆਂ ਜਿਨ੍ਹਾਂ ਨੂੰ ਆਪਾਂ ਪੈਰੋਲ ਕਹਿ ਦਿੰਦੇ ਆ, ਇਹ ਵਕਤੀ ਜ਼ਮਾਨਤਾਂ ਹੁੰਦੀਆਂ ਨੇ, ਉਹ ਦੇਣੀਆਂ ਸਟਾਰਟ ਕਰ ਦਿੱਤੀਆਂ। ਪਹਿਲਾਂ ਇੱਕ ਦਿਨ, ਫਿਰ ਉਹ ਥੋੜੇ ਦਿਨ ਵਧਾ ਦਿੱਤੇ, ਫਿਰ ਹੁਣ ਤਾਂ ਮੌਜਾਂ ਹੀ ਮੌਜਾਂ। ਮਿੰਟੂ ਜੀ, ਕੁੰਵਰ ਵਿਜੇ ਪ੍ਰਤਾਪ ਬਾਰੇ ਗੱਲ ਕਰੀਏ। ਜਦੋਂ ਜਿੱਤੇ ਸੀਗੇ ਉਹ, ਤੇ ਇਸ ਗੱਲ ਦੇ ਪੂਰੇ ਸਭ ਨੂੰ ਇਹ ਉਮੀਦ ਸੀ ਕਿ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਮਿਲੇਗੀ, ਤੇ ਜਿਸ ਤਰ੍ਹਾਂ ਉਹਨਾਂ ਨੇ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਜੋ ਇਨਵੈਸਟੀਗੇਸ਼ਨ ਕੀਤੀ ਹੈ ਤੇ ਜਿੰਨਾ ਉਹ ਇੱਕ ਉੱਚਾ ਅਹੁਦਾ ਛੱਡ ਕੇ ਪੋਲੀਟਿਕਸ ਦੇ ਵਿੱਚ ਆਏ ਸੀ, ਤੇ ਉਹ ਸੱਚਮੁੱਚ ਇੱਕ ਚੇਂਜ ਮੇਕਰ ਹੋਣਗੇ ਤੇ ਉਹਨਾਂ ਨੂੰ ਮੌਕੇ ਵੀ ਮਿਲਣਗੇ ਉਸ ਤਰ੍ਹਾਂ ਦੇ। ਅਜਿਹਾ ਅਜੇ ਤੱਕ ਹੋ ਨਹੀਂ ਸਕਿਆ, ਤੇ ਹੁਣ ਕੁੰਵਰ ਵਿਜੇ ਪ੍ਰਤਾਪ ਖਾਮੋਸ਼ ਨੇ ਤੇ ਅਸਤੀਫਾ ਉਹਨਾਂ ਦਾ ਪ੍ਰਵਾਨ ਨਹੀਂ ਹੋਇਆ। ਕੀ ਡੀਟੇਲ ਹੈ ਜੀ ਉਧਰਲੇ ਪਾਸਿਓਂ? ਦੇਖੋ, ਅਸਤੀਫਾ ਇਹਨਾਂ ਨੇ ਦੇ ਦਿੱਤਾ ਸੀਗਾ। ਅਸਤੀਫਾ ਮਤਲਬ ਕਿ ਆਪਣੀ ਵਿਧਾਇਕੀ ਤੋਂ ਨਹੀਂ ਦਿੱਤਾ, ਵਿਧਾਨਕਾਰੀ ਤੋਂ ਨਹੀਂ ਦਿੱਤਾ, ਵਿਧਾਨ ਸਭਾ ਦੇ ਉਹ ਮੈਂਬਰ ਹੈਗੇ ਨੇ ਜੀ। ਐਕਚੁਅਲ ਦੇ ਵਿੱਚ ਕੀ ਆ ਕਿ ਵਿਧਾਨ ਸਭਾ ਦੀਆਂ ਬਹੁਤ ਕਮੇਟੀਆਂ ਹੁੰਦੀਆਂ ਨੇ ਅੱਡ ਅੱਡ। ਜਿਵੇਂ ਹੁਣ ਤੁਸੀਂ ਜ਼ੀਰਾ ਫੈਕਟਰੀ ਦੇ ਮਾਮਲੇ 'ਚ ਇੱਕ ਤੱਥ ਕਿਤੇ ਨਾ ਕਿਤੇ ਗੌਲਿਆ ਹੋਏਗਾ ਕਿ ਅਕਾਲੀਆਂ ਵੇਲੇ ਵਿਧਾਨ ਸਭਾ ਨੇ ਇੱਕ ਕਮੇਟੀ ਦਾ ਗਠਨ ਕੀਤਾ। ਕਮੇਟੀ ਨੇ ਉਸ ਵੇਲੇ ਸਾਰੀਆਂ ਮਿੱਲਾਂ ਦੀ ਆ ਕੇ ਇਨਸਪੈਕਸ਼ਨ ਕੀਤੀ ਤੇ ਉਸ ਤੋਂ ਬਾਅਦ ਰਿਪੋਰਟ ਜਿਹੜੀ ਆ ਟੇਬਲ ਕੀਤੀ। ਉਹ ਕੀ ਹੋ ਗਈ? ਵਿਧਾਨ ਸਭਾ ਦੀ ਕਮੇਟੀ। ਉਹਨੇ ਆ ਕੇ ਸਾਰਾ ਕੁਝ ਦੇਖਿਆ ਸੀਗਾ। ਉਹਨਾਂ ਨੇ ਆ ਕੇ ਇੱਥੋਂ ਤੱਥ ਇਕੱਠੇ ਕੀਤੇ, ਜੋ ਵੀ ਉਹਨਾਂ ਦੀਆਂ ਲੱਭਤਾਂ ਸੀ ਉਹ ਉਹਨਾਂ ਨੇ ਸਾਰੀਆਂ ਫਾਈਲ ਦੇ ਵਿੱਚ ਪਾ ਕੇ ਤੇ ਉਹਨਾਂ ਦੇ ਮੇਜ਼ ਤੇ ਰੱਖ ਦਿੱਤੀਆਂ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਕਮੇਟੀਆਂ ਨੇ। ਇੱਕ ਕਮੇਟੀ ਬਾਰੇ ਤਾਂ ਗੱਲ ਬੜੀ ਫੇਮਸ ਆ ਕਿ ਇਹਨਾਂ ਨੇ ਲਾਇਬ੍ਰੇਰੀ ਦੀਆਂ ਕਿਤਾਬਾਂ ਖਰੀਦਣੀਆਂ ਸੀ, ਸ਼ਾਇਦ ਅਕਾਲੀਆਂ ਦੀ ਸਰਕਾਰ ਵੇਲੇ ਦੀ ਗੱਲ ਆ, ਕਿ ਲਾਇਬ੍ਰੇਰੀ ਵਾਸਤੇ 1 ਲੱਖ ਦੀਆਂ ਕਿਤਾਬਾਂ ਪਰਚੇਸ ਕਰਨੀਆਂ ਸਨ। ਤਾਂ ਉਹ ਜਿਹੜੀ ਵਿਧਾਨ ਸਭਾ ਦੀ ਕਮੇਟੀ ਬਣਾਈ ਗਈ ਕਿ ਕਿਹੜੀਆਂ ਕਿਤਾਬਾਂ ਲਈਏ, ਤਾਂ ਉਹਨਾਂ ਦੀ ਜਿਹੜੀ ਮੀਟਿੰਗ ਸੀ ਗੋਆ ਦੇ ਵਿੱਚ ਹੁੰਦੀ ਹੈ। ਜਾ ਕੇ ਮੀਟਿੰਗ 7 ਲੱਖ 'ਚ ਪੈਂਦੀ ਹੈ ਸ਼ਾਇਦ, ਤੇ ਜਿਹੜੀ ਕੀਮਤ ਸੀ ਕਿਤਾਬਾਂ ਦੀ ਉਹ 1 ਲੱਖ ਸੀ। ਅੱਛਾ ਜੀ। ਇਹ ਫੈਕਚੁਅਲੀ ਹੈ, ਇਹ ਗੱਲ ਉਦਾਂ ਬਣਾਈ ਹੋਈ ਗੱਲ ਨਹੀਂ ਹੈ। ਤਾਂ ਇਸੇ ਤਰ੍ਹਾਂ ਜਦੋਂ ਆਮ ਆਦਮੀ ਪਾਰਟੀ ਵਾਲੇ ਓਪੋਜੀਸ਼ਨ 'ਚ ਸੀਗੇ, ਇਹਨਾਂ ਦੇ ਵੀ ਕੁਝ ਵਿਧਾਇਕ ਜਿਹੜੇ ਆ ਉਹਨਾਂ ਨੇ ਵੀ ਜਾ ਕੇ ਉਹ ਠੰਡੇ ਇਲਾਕੇ ਦੇ ਵਿੱਚ ਮੀਟਿੰਗਾਂ ਕੀਤੀਆਂ ਸਨ। ਤਾਂ ਵਿਧਾਨ ਸਭਾ ਦੀਆਂ ਇਹ ਕਮੇਟੀਆਂ ਹੁੰਦੀਆਂ ਨੇ। ਤਾਂ ਇੱਕ ਕਮੇਟੀ ਜਿਹੜੀ ਸੀਗੀ ਭਰੋਸਾ ਕਮੇਟੀ, ਉਹਦੇ ਚੇਅਰਮੈਨ ਸਨ ਇਹ ਜੀ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ। ਇਹਨਾਂ ਨੇ ਉਸ ਕਮੇਟੀ ਤੋਂ ਅਸਤੀਫਾ ਦੇ ਦਿੱਤਾ। ਉਹਦਾ ਕਾਰਨ ਇਹਨਾਂ ਨੇ ਸਪਸ਼ਟ ਤੌਰ ਤੇ ਦੱਸਿਆ ਨਹੀਂ, ਕਿਉਂਕਿ ਕਾਪੀ ਕੋਈ ਵਾਇਰਲ ਨਹੀਂ ਹੋਈ।
ਕੋਈ ਜਨਤਕ ਨਹੀਂ ਕੀਤੀ, ਪਰ ਇਹ ਦੱਸਿਆ ਜਾ ਰਿਹਾ ਹੈ ਕਿ ਅਸਲ ਦੇ ਵਿੱਚ ਇਹ ਤਲਬ ਕਰਨਾ ਚਾਹੁੰਦੇ ਸਨ ਚੀਫ ਸੈਕਟਰੀ ਅਤੇ ਡੀਜੀਪੀ ਨੂੰ। ਜਿਸ ਦਿਨ ਇਹਨਾਂ ਨੂੰ ਤਲਬ ਕੀਤਾ ਗਿਆ ਦੋਨਾਂ ਨੂੰ, ਬਰੋਬਰ ਸੰਧਵਾ ਸਾਹਿਬ ਨੇ ਮੀਟਿੰਗ ਰੱਖ ਲਈ ਜੀਐਮ ਸਰੋਂ ਦੇ ਮੁੱਦੇ ਤੇ ਜੀ। ਇਸ ਗੱਲ ਤੋਂ ਇਹ ਬਹੁਤ ਜ਼ਿਆਦਾ ਖਫਾ ਹੋ ਗਏ। ਤੁਹਾਨੂੰ ਯਾਦ ਹੋਏਗਾ ਸਰਕਾਰ ਬਣਦਿਆਂ ਹੀ ਇਹਨਾਂ ਅਪ੍ਰੈਲ ਦੇ ਵਿੱਚ 2 ਅਫਸਰਾਂ ਦੀ ਨਿਯੁਕਤੀ ਦਾ ਮੁੱਦਾ ਚੁੱਕਿਆ ਸੀ, ਫਿਰ ਗੈਂਗਸਟਰਾਂ ਨੂੰ ਜਿਹੜਾ VIP ਟ੍ਰੀਟਮੈਂਟ ਦਿੱਤਾ ਜਾਂਦਾ ਉਹਦਾ ਮੁੱਦਾ ਚੁੱਕਿਆ ਸੀ, ਫਿਰ ਲੈਟਰ ਲਿਖ ਕੇ ਕਿ ਬੇਅਦਬੀ ਮਾਮਲਿਆਂ ਦੀ ਪੈਰਵਾਈ ਅੱਛੇ ਤਰੀਕੇ ਨਾਲ ਕਰੋ, ਉਹ ਇਹਨਾਂ ਨੇ ਮੁੱਦਾ ਚੁੱਕਿਆ ਸੀਗਾ। ਸਰਕਾਰ ਨੂੰ ਘੇਰਿਆ ਸੀਗਾ ਸਦਨ ਦੇ ਵਿੱਚ ਕਿ ਮੈਨੂੰ ਬੋਲਣ ਲਈ ਸਮਾਂ ਦਿਓ, ਉੱਥੇ ਨਹੀਂ ਸੀ ਦਿੱਤਾ ਗਿਆ। ਸੋ ਲਿਹਾਜ਼ਾ ਸਰਕਾਰ ਨੂੰ ਫਿਰ ਕਿਤੇ ਨਾ ਕਿਤੇ ਥੋੜਾ ਚੇਤਾਉਣ ਵਾਸਤੇ ਇਹਨਾਂ ਨੇ ਕਮੇਟੀ ਤੋਂ ਅਸਤੀਫਾ ਦਿੱਤਾ, ਪਰ ਜਨਤਕ ਤੌਰ ਤੇ ਕੁਝ ਨਹੀਂ ਹਾਲੇ ਸਾਹਮਣੇ ਨਹੀਂ ਆ ਰਿਹਾ। ਹਾਲਾਂਕਿ ਇਹ ਖਬਰਾਂ ਆ ਰਹੀਆਂ ਨੇ ਕਿ ਉਹ ਅਸਤੀਫਾ ਪ੍ਰਵਾਨ ਨਹੀਂ ਕੀਤਾ ਜਾ ਰਿਹਾ, ਸ਼ਾਇਦ ਇਸ ਕਰਕੇ ਨਹੀਂ ਕੀਤਾ ਜਾ ਰਿਹਾ ਕਿ ਜਲੰਧਰ ਜ਼ਿਮਨੀ ਚੋਣ ਤੇ ਕਿਸੇ ਪ੍ਰਕਾਰ ਦਾ ਕੋਈ ਅਸਰ ਨਾ ਪਵੇ। ਆਪਾਂ ਨੂੰ ਪਤਾ ਹੈ ਕਿ ਸਰਾਰੀ ਨੂੰ ਕਿੰਨਾ ਚਿਰ ਇਹਨਾਂ ਨੇ ਡੱਕੀ ਰੱਖਿਆ ਕਿ ਰੁਕ ਜਾਓ ਜਾਣੇ ਵਾਲੇ ਰੁਕ ਜਾਓ, ਤਾਂ ਬਾਅਦ ਦੇ ਵਿੱਚ ਜਿਵੇਂ ਹੀ ਚੋਣ ਪੂਰੀ ਹੋਈ ਗੁਜਰਾਤ ਦੀ, ਹਿਮਾਚਲ ਦੀ, ਤੇ ਨਾਲ ਦੀ ਨਾਲ ਹੀ ਕਹਿੰਦੇ ਸਰਦਾਰ ਜੀ ਤੁਸੀਂ ਹੁਣ ਸਰਾਰੀ ਸਾਹਿਬ ਇੱਥੋਂ ਆਪਣੀ ਚੁੱਕੋ ਡੰਡੀ ਡੋਰੀ ਤੇ ਨਿਕਲੋ ਨਾਲ ਦੀ ਨਾਲ। ਤਾਂ ਕਈ ਵਾਰ ਰੋਕ ਲਿਆ ਜਾਂਦਾ, ਪਰ ਹਾਲ ਦੀ ਘੜੀ ਇਹੀ ਖਬਰਾਂ ਨੇ ਕਿ ਅਸਤੀਫਾ ਜਿਹੜਾ ਮਨਜ਼ੂਰ ਨਹੀਂ ਹੋਇਆ। ਜੀ ਮਿੰਟੂ ਜੀ, ਖੇਤੀ ਸੈਕਟਰ ਨੂੰ ਹੁਣ ਸੋਲਰ ਵੱਲ ਸ਼ਿਫਟ ਕਰਨ ਦਾ ਕੇਂਦਰੀ ਸਰਕਾਰ ਵੱਲੋਂ ਇੱਕ ਨੁਕਤਾ ਪੇਸ਼ ਕੀਤਾ ਗਿਆ, ਕੀ ਕਿਹਾ ਜਾ ਰਿਹਾ ਜੀ ਇਹਦੇ ਵਿੱਚ? ਜੀ ਬਿਲਕੁਲ, ਇਹ ਕੇਂਦਰੀ ਊਰਜਾ ਮੰਤਰੀ ਜਿਹੜੇ RK ਸਿੰਘ ਹੈ ਉਹਨਾਂ ਨੇ ਸੁਝਾਇਆ ਕਿ, ਵੈਸੇ ਸੁਝਾਇਆ ਨਹੀਂ, ਨਸੀਹਤ ਵੀ ਦਿੱਤੀ ਹੈ ਕਿ ਵੇਲਾ ਆ ਗਿਆ ਕਿ ਤੁਸੀਂ ਹੁਣ ਖੇਤੀ ਸੈਕਟਰ ਦੀ ਜਿਹੜੀ ਬਿਜਲੀ ਆ ਉਹਨੂੰ ਸੂਰਜੀ ਊਰਜਾ ਤੇ ਲੈ ਜਾਵੋ। ਉਹਦੇ ਨਾਲ ਕੀ ਹੈ ਕਿ ਜੋ ਖਪਤਕਾਰ ਨੇ ਉਹਨਾਂ ਨੂੰ ਘੱਟ ਵਾਜਬ ਰੇਟਾਂ ਤੇ ਬਿਜਲੀ ਮਿਲੇਗੀ ਤੇ ਸਾਨੂੰ ਬਿਜਲੀ ਸਬਸਿਡੀ ਦੇ ਵਿੱਚ ਬਹੁਤ ਵੱਡੀ ਰਾਹਤ ਮਿਲੇਗੀ। ਸੂਬਾਈ ਸਰਕਾਰਾਂ ਦੀ ਗੱਲ ਕਰ ਰਹੇ ਸਨ, ਤਾਂ ਉਹਨਾਂ ਨੇ ਹੋਰ ਵੀ ਕੁਝ ਨੁਕਤਿਆਂ ਤੇ ਅਮਲ ਕੀਤਾ ਹੈ, ਕੁਝ ਚਰਚਾ ਕੀਤੀ ਹੈ। ਜਿਵੇਂ ਉਹ ਕਹਿ ਰਹੇ ਨੇ ਕਿ ਜਿਹੜੇ ਮੀਟਰ ਲੱਗ ਰਹੇ ਜਿਨ੍ਹਾਂ ਨੂੰ ਸਮਾਰਟ ਮੀਟਰ ਕਿਹਾ ਜਾਂਦਾ, ਕਿ ਪ੍ਰੀਪੇਡ, ਵੈਸੇ ਜਿੱਦਾਂ ਮੋਬਾਈਲ ਵਗੈਰਾ 'ਚ ਆਪਾਂ ਪੈਸੇ ਪਵਾ ਲੈਂਦੇ ਹਾਂ ਫਿਰ ਆਪਾਂ ਯੂਜ਼ ਕਰਦੇ ਹਾਂ, ਉਸੇ ਤਰ੍ਹਾਂ ਦੇ ਜਿਹੜੇ ਮੀਟਰ ਆ ਰਹੇ ਨੇ ਕਿ ਇਹ ਜੇ ਲਾਓਗੇ ਤਾਂ ਇਹਦੇ ਨਾਲ ਵੀ ਬਹੁਤ ਸਾਰੇ ਫਾਇਦੇ ਆ। ਪਰ ਜਿੱਥੋਂ ਤੱਕ ਖੇਤੀ ਸੈਕਟਰ ਦੀ ਗੱਲ ਕੀਤੀ ਜਾਵੇ ਤਾਂ ਕੁਝ ਸੂਬੇ ਹੈਗੇ ਆ, ਜਿਵੇਂ ਆਪਣੀ ਤਾਂ ਇੱਥੇ ਟੋਟਲੀ ਫ੍ਰੀ ਹੈ, ਤੇਲੰਗਾਨਾ ਦੇ ਵਿੱਚ ਪੂੰਜੀਪਤੀ ਕਿਸਾਨਾਂ ਨੂੰ ਛੱਡ ਕੇ ਬਿਜਲੀ ਜਿਹੜੀ ਹੈ ਉਹ ਇਸੇ ਤਰ੍ਹਾਂ ਸਬਸਿਡੀ ਤੇ ਦਿੱਤੀ ਜਾਂਦੀ ਹੈ। ਬਹਰਹਾਲ ਗੱਲ ਕੀ ਹੈ ਕਿ ਕੇਂਦਰ 2 ਚੀਜ਼ਾਂ ਤੇ ਕੰਮ ਕਰਦਾ ਵਿਜੇ ਜੀ, ਜੇ ਕੇਂਦਰੀ ਨੀਤੀ ਨੂੰ ਸਮਝਣਾ ਹੋਵੇ। ਇੱਕ ਤਾਂ ਇਹ ਹੈ ਕਿ ਬਹੁਤ ਤੇਜ਼ੀ ਨਾਲ, ਬਹੁਤ ਤੀਬਰਤਾ ਦੇ ਨਾਲ ਉਹ ਸਬਸਿਡੀਆਂ ਦਾ ਬੋਝ ਘਟਾਉਂਦੀ ਜਾ ਰਹੀ ਹੈ ਕੇਂਦਰ ਸਰਕਾਰ, ਕਿ ਸਬਸਿਡੀਆਂ ਚੋਂ ਫਾਰਗ ਹੋਵੋ। ਦੂਜੀ ਚੀਜ਼ ਜਿਹੜੀ ਹੈ ਕਿ ਇਸ ਮਾਮਲੇ 'ਚ ਜੇ ਤੁਸੀਂ ਦੇਖੋਗੇ, ਜਿਹੜੀ ਵੱਡੀ ਗੱਲ ਹੈ ਕਿ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਜ਼ਿਆਦਾ ਇੰਟਰਸਟ ਦਿਖਾ ਰਹੀ ਹੈ। ਪ੍ਰਾਈਵੇਟ ਮਤਲਬ ਕਿ ਪਲੇਅਰਾਂ ਵਿੱਚ ਤੁਸੀਂ ਦੇਖੋਗੇ, ਕਿਉਂਕਿ ਖੁਦ ਮੋਦੀ ਸਾਹਿਬ ਦਾ ਇੱਕ ਬਿਆਨ ਸੀਗਾ ਕਿ ਸਾਡਾ ਕੰਮ ਹੈ ਗਵਰਨ ਕਰਨਾ, ਨਾ ਕਿ ਬਿਜ਼ਨਸ ਕਰਨਾ। ਇਹਦਾ ਮਤਲਬ ਇਹੋ ਨਿਕਲਦਾ ਪ੍ਰਾਈਵੇਟ ਪਲੇਅਰਾਂ ਨੂੰ, ਪ੍ਰਾਈਵੇਟ ਸੈਕਟਰ ਨੂੰ ਜ਼ਿਆਦਾ ਤਰਜੀਹ ਦੇ ਰਹੇ ਆ ਮੁਕਾਬਲਤਨ ਜੇ ਆਪਾਂ ਦੇਖੀਏ ਤਾਂ ਜਨਤਕ ਸੈਕਟਰ ਦੇ। ਤਾਂ ਇਹਦੇ ਵਿੱਚ ਵੀ ਕੀ ਹੈ ਕਿ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਉਹ ਇਹੀ ਕਰ ਰਹੇ ਆ ਕਿ ਤੁਸੀਂ ਦੇਖੋ ਸਾਡੇ ਤੇ ਬੋਝ ਪੈਂਦਾ, ਕਿਉਂਕਿ ਅਲਟੀਮੇਟਲੀ ਜੇ ਦੇਖੀਏ ਤਾਂ ਕੇਂਦਰ ਸਰਕਾਰ ਦਾ ਵੀ ਇੱਕ ਸ਼ੇਅਰ ਜਾਂਦਾ ਹੈ ਜੀ ਹਰੇਕ ਯੋਜਨਾ ਜਾਂ ਸਕੀਮ ਦੇ ਵਿੱਚ। ਤਾਂ ਉਹ ਇਸ ਗੱਲ ਤੋਂ ਹੈ ਕਿ ਜਿਹੜੀਆਂ ਯੋਜਨਾਵਾਂ ਨੇ, ਜਿਹੜੀਆਂ ਸਕੀਮਾਂ ਨੇ, ਉਹਦੇ ਵਿੱਚ ਨਾ ਸਿਰਫ ਸਾਡਾ ਜਿਹੜਾ ਹਿੱਸਾ ਜਾਂਦਾ ਉਹ ਘਟੇ, ਜਿਹੜੇ ਰਾਜਾਂ ਦੇ ਇਸ ਤਰ੍ਹਾਂ ਦੇ ਸਬਸਿਡੀ ਵਾਲੇ ਜਿਹੜੇ ਸਿਆਸੀ ਫੈਸਲੇ ਆ ਉਹਨਾਂ ਤੇ ਵੀ ਲਗਾਮ ਲੱਗੇ। ਤਾਂ ਉਹਦਾ ਕੀ ਹੈ ਕਿ ਬਿਜਲੀ ਜੇ ਤੁਸੀਂ ਪ੍ਰਾਈਵੇਟ ਸੈਕਟਰ ਦੇ ਹੱਥ ਦੇ ਦਿਓਗੇ, ਪ੍ਰਾਈਵੇਟ ਪਲੇਅਰਾਂ ਦੇ ਹੱਥ ਦੇ ਦਿਓਗੇ ਤੇ ਆਪੇ ਹੀ ਨਾ ਰਹੂ ਵਾਂਸ ਨਾ ਵੱਜੂ ਵਾਂਸਰੀ। ਔਰ ਬਿਜਲੀ ਸੋਧ ਬਿੱਲ ਇਸੇ ਦਾ ਹੀ ਇੱਕ ਪੈਂਤੜਾ ਸੀਗਾ ਜਿਹੜਾ ਕਿ ਅਟਕਿਆ ਹੋਇਆ ਹਾਲ ਦੀ ਘੜੀ, ਉਹਦੇ ਵਿੱਚ ਪ੍ਰਾਈਵੇਟ ਪਲੇਅਰਾਂ ਨੂੰ ਹੀ ਅੱਗੇ ਵਧਾਇਆ ਗਿਆ ਸੀਗਾ। ਦੂਜੀ ਗੱਲ ਇਹ ਹੈ ਕਿ ਸੂਰਜੀ ਊਰਜਾ ਤੇ ਜੇ ਪੰਜਾਬ ਵਰਗੇ ਸੂਬੇ ਨੂੰ ਸ਼ਿਫਟ ਕਰਨਾ ਹੈ ਜਿੱਥੇ 14 ਲੱਖ ਟਿਊਬਵੈੱਲ ਨੇ, ਤਾਂ ਉੱਥੇ ਤੁਹਾਨੂੰ ਇਮਦਾਦ ਤੇ ਕਰਨੀ ਪਵੇਗੀ, ਕਿਉਂਕਿ ਦੇਖੋ ਤੁਹਾਡੀ ਪੈਰਿਸ ਡੀਲ ਦਾ ਵੀ ਤਾਂ ਇਹ ਹਿੱਸਾ ਹੈ ਨਾ ਕਿ ਤੁਸੀਂ ਕੋਲੇ ਦਾ ਬਾਲਣ ਘੱਟ ਬਾਲਣਾ ਹੈ ਸੰਧੀ ਦੇ ਮੁਤਾਬਕ, ਜਾਂ ਜੋ ਵੀ ਸਮਝੌਤਾ ਪੈਰਿਸ ਡੀਲ ਨੂੰ ਕਹਿ ਲਓ ਕਿ ਇਹੀ ਹੈ ਨਾ। ਤਾਂ ਉਹਦੇ ਵਿੱਚ ਕੀ ਹੈ ਕਿ ਜੇ ਇੰਨੀ ਵੱਡੀ ਤਾਦਾਦ ਦੇ ਵਿੱਚ ਸ਼ਿਫਟਿੰਗ ਕਰਵਾਉਣੀ ਹੈ ਤਾਂ ਫਿਰ ਕੇਂਦਰ ਸਰਕਾਰ ਨੂੰ ਮੋਹਰੀ ਰੋਲ ਹੀ ਨਹੀਂ ਅਦਾ ਕਰਨਾ ਪਵੇਗਾ, ਬਲਕਿ ਇੱਕ ਪੈਕੇਜ ਵੀ ਦੇਣਾ ਪਵੇਗਾ। ਇੱਥੇ ਕੀ ਹੈ ਕਿ ਸਬਸਿਡੀਆਂ ਦੇ ਵਿੱਚ ਠੀਕ ਹੈ ਥੋੜਾ ਕੀਤਾ ਤੇ ਜਾਂਦਾ ਹੈ ਸਹਿਯੋਗ। ਪਹਿਲੀ ਗੱਲ ਹੈ ਕਿ ਸਬਸਿਡੀਆਂ ਜਿਹੜੀਆਂ ਉਹ ਮਿਲਦੀਆਂ ਨਹੀਂ, ਜੇ ਮਿਲਦੀਆਂ ਵੀ ਹੈ ਤਾਂ ਸਬਸਿਡੀਆਂ ਇੰਨੀਆਂ ਕੁ ਮਿਲਦੀਆਂ ਨੇ ਕਿ ਇੱਕ ਬਹੁਤ ਵੱਡਾ ਹਿੱਸਾ ਟਿਊਬਵੈੱਲ ਮਾਲਕ ਨੂੰ ਖੁਦ ਪਾਉਣਾ ਪੈਂਦਾ। ਤਾਂ ਅਗਲਾ ਕਹਿੰਦਾ ਕਿ ਮੈਨੂੰ ਕੀ ਲੋੜ ਹੈ, ਮੈਂ 2 ਲੱਖ 3 ਲੱਖ ਖਰਚਾ। ਤਾਂ ਇਹ ਚੀਜ਼ ਜਿਹੜੀ ਹੈ ਕਿ ਉਹ ਤੁਹਾਨੂੰ ਵੇਖਣੀ ਪਵੇਗੀ।
ਸੋ ਇਸ ਕਰਕੇ ਜੇ ਕੋਲੇ ਵਾਲੇ ਪਾਸਿਓਂ ਬਚਣਾ ਤਾਂ ਫਿਰ ਇਧਰੋਂ ਖੁੱਲਾ ਗੱਫਾ ਦੇਣਾ ਪੈਣਾ। ਪਰ ਜੀ। ਦੂਜੇ ਪਾਸੇ ਮੈਂ ਜਿਵੇਂ ਕਿਹਾ ਕਿ ਇਹਨਾਂ ਦਾ ਇੱਕ ਫਾਰਮੂਲਾ ਹੋ ਰਿਹਾ ਕਿ ਪ੍ਰਾਈਵੇਟ ਪਲੇਅਰਾਂ ਨੂੰ ਅੱਗੇ ਵਧਾਇਆ ਜਾਵੇ ਜਾਂ ਸਮਾਰਟ ਮੀਟਰ ਵਗੈਰਾ ਜੋ ਹੈ ਇਹਨਾਂ ਚੀਜ਼ਾਂ ਤੇ ਅਸੀਂ ਜ਼ਿਆਦਾ ਤਵੱਜੋ ਦਈਏ ਤਾਂ ਮਸਲਾ ਜਿਹੜਾ ਥੋੜਾ ਹੱਲ ਹੋ ਜਾਏਗਾ। ਜੀ। ਤੇ ਮਿੰਟੂ ਜੀ, BBC ਨੇ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇੱਕ ਡਾਕੂਮੈਂਟਰੀ ਬਣਾਈ ਤੇ ਉਹਨੂੰ ਲੈ ਕੇ ਕਾਫੀ ਵਿਵਾਦ ਪਿਛਲੇ ਦਿਨਾਂ ਤੋਂ ਚੱਲਿਆ ਹੋਇਆ। UK ਦੀ ਪਾਰਲੀਮੈਂਟ ਦੇ ਵਿੱਚ ਵੀ ਇਸ ਨੂੰ ਲੈ ਕੇ ਆਪੋਜੀਸ਼ਨ ਤੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਿਚਕਾਰ ਉਹਨਾਂ ਵਿਚਕਾਰ ਵੀ ਤਰਕ ਵਿਤਰਕ ਹੋਇਆ ਸੀ। ਹੁਣ ਫ੍ਰੀ ਟ੍ਰੇਡ ਅਗਰੀਮੈਂਟ ਵਾਲੀ ਗੱਲ ਵੀ ਚੱਲਦੀ ਪਈ ਆ। ਇਸ ਦਸਤਾਵੇਜ਼ੀ ਫਿਲਮ ਦੇ ਵਿਵਾਦ ਦੇ ਵਿਚਕਾਰ ਹੁਣ UK ਵੱਲੋਂ ਭਾਰਤ ਨਾਲ ਫ੍ਰੀ ਟ੍ਰੇਡ ਅਗਰੀਮੈਂਟ ਸੰਬੰਧੀ ਬਿਆਨ ਦਿੱਤਾ ਗਿਆ। ਕੀ ਕਿਹਾ UK ਦੀ ਸਰਕਾਰ ਨੇ? ਦੇਖੋ, ਬ੍ਰਿਟੇਨ ਦੇ ਵਪਾਰ ਮੰਤਰੀ ਕੇਮੀ ਬਡੇਨੋਟ ਨੇ ਕਿਹਾ ਕਿ ਇਸ ਸਾਲ ਭਾਰਤ ਦੇ ਨਾਲ FTA ਜਿਹੜਾ ਉੱਚ ਗੁਣਵੱਤਾ ਵਾਲਾ FTA ਆ, ਫ੍ਰੀ ਟ੍ਰੇਡ ਐਗਰੀਮੈਂਟ ਹੈ ਜਿਹੜਾ, ਉਹ ਉਹਨਾਂ ਦੀਆਂ ਸਰਵੋਤਮ ਤਰਜੀਹਾਂ ਦੇ ਵਿੱਚੋਂ ਇੱਕ ਹੈ। ਹਾਲਾਂਕਿ ਨਾਲ ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ ਕਿ ਵਾਰਤਾ ਦੇ ਵਿੱਚ ਥੋੜਾ ਅੜਿੱਕਾ ਹੈ, ਜਿਸ ਨੂੰ ਉਹਨਾਂ ਨੇ ਪਿਛਲੇ ਮਹੀਨੇ ਕਹਿੰਦੇ ਕਿ ਜਾ ਕੇ ਦਿੱਲੀ 'ਚ ਅਸੀਂ ਖਤਮ ਕੀਤਾ ਹੈ। ਪਰ ਵੈਸੇ ਅੜਿੱਕਾ ਆਪਾਂ ਦੇਖੀਏ ਤਾਂ BBC ਵਾਲਾ ਵੀ ਪੈ ਗਿਆ ਨਾ ਵਿੱਚ, ਰਿਸ਼ੀ ਸੁਨਕ ਹੋਰਾਂ ਨੂੰ ਤਾਂ ਹੀ ਤਾਂ ਤੁਰੰਤ ਟਿੱਪਣੀ ਛੋਟੀ ਜਿਹੀ ਦੇਣੀ ਪਈ। ਬਹੁਤੀ ਵੱਡੀ ਟਿੱਪਣੀ ਵੀ ਨਹੀਂ ਕੋਈ ਦਿੱਤੀ ਜਦੋਂ ਉਹਨਾਂ ਨੇ ਜਵਾਬ ਦਿੱਤਾ ਸੀਗਾ, ਤੁਹਾਨੂੰ ਯਾਦ ਹੋਏਗਾ। ਤਾਂ ਖੈਰ ਗੱਲ ਇਹ ਹੈ ਕਿ ਦੇਖੋ, ਫ੍ਰੀ ਟ੍ਰੇਡ ਐਗਰੀਮੈਂਟ ਦੇ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਹੈ, ਬੜੀ ਜਿਵੇਂ ਤੁਸੀਂ ਕਿਹਾ ਕਿ ਬੜੀ ਇੱਕ ਨਾਜ਼ੁਕ ਘੜੀ 'ਚ ਦਿੱਤਾ ਹੈ ਕਿ ਜਦੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਕਿਤੇ ਨਾ ਕਿਤੇ ਗਰਮਾਹਟ ਹੈ। ਕਿਉਂਕਿ BBC ਜਿਹੜਾ ਹੈ ਉਹ ਠੀਕ ਹੈ, ਨਿਰਪੱਖ ਚੱਲਦਾ ਹੋ ਸਕਦਾ, ਉਹਦੀਆਂ ਆਪਣੀਆਂ ਕਹਿ ਲਓ ਕਿ ਸਿਧਾਂਤਕ ਤਰਜੀਹਾਂ ਹੋ ਸਕਦੀਆਂ, ਪਰ ਅਸਲ 'ਚ ਕੀ ਹੈ ਕਿ ਬ੍ਰਿਟਿਸ਼ ਗਵਰਨਮੈਂਟ ਦਾ ਹੀ ਹਿੱਸਾ ਹੈ। ਇਸ ਭੁੱਲਣਾ ਨਹੀਂ ਚਾਹੀਦਾ। ਕਈ ਵਾਰ ਥੋੜਾ ਜਿਹਾ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਹੁੰਦਾ ਹੈ, ਥੋੜੀ ਤਲਖੀ ਆਉਂਦੀ ਹੈ ਰਿਸ਼ਤਿਆਂ ਦੇ ਵਿੱਚ, ਕਿਉਂਕਿ ਇੰਡੀਅਨ ਗਵਰਨਮੈਂਟ ਨੇ, ਮੈਂ ਸਮਝਦਾ ਕਿ ਜਿਹੜਾ ਰਿਐਕਟ ਕੀਤਾ ਹੈ, ਮੇਰਾ ਮੰਨਣਾ ਇਹ ਹੈ ਵਿਜੇ ਜੀ, ਮੈਂ ਅੱਗੇ ਵੀ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇੱਕ ਥਾਂ ਤੇ ਤੁਸੀਂ ਫ੍ਰੀ ਟ੍ਰੇਡ ਐਗਰੀਮੈਂਟ ਦੀ ਜਦੋਂ ਤੁਸੀਂ ਵਿੰਡੋ ਖੋਲ ਰੱਖੀ ਹੈ ਤਾਂ ਉਸ ਦਰਮਿਆਨ ਏਡਾ ਤੁਹਾਨੂੰ ਰਿਐਕਟ ਕਰਨ ਦਾ ਕੋਈ ਜ਼ਰੂਰਤ ਵਾਲਾ ਦੌਰ ਤੁਹਾਡੇ ਗੱਲ ਪੈ ਗਿਆ ਹੋਵੇ ਕਿ ਤੁਹਾਨੂੰ ਕਹਿਣਾ ਪੈ ਜਾਵੇ ਕਿ ਇਹ ਜੀ ਤੁਹਾਡੀ ਬਸਤੀਵਾਦੀ ਸੋਚ ਆ, ਫਿਰ ਤੁਸੀਂ ਉਹਨੂੰ ਬਲੌਕ ਕਰ ਦੇਵੋ, ਜਿਹਦੇ ਨਾਲ ਕੀ ਹੈ ਕਿ ਜਿਹਦੇ ਨਹੀਂ ਸੀ ਵੇਖਣੀ ਉਹਦੀ ਵੀ ਜਿਗਿਆਸਾ ਜਾਗ ਪਈ। ਜਦਕਿ ਤੁਹਾਡੇ ਕੋਲ ਕਾਊਂਟਰ ਕਰਨ ਵਾਸਤੇ ਇੱਕ ਬਹੁਤ ਵੱਡਾ ਲੌਜਿਕ ਸੀਗਾ ਕਿ ਦੇਖੋ ਜੀ ਅਸੀਂ ਸੁਪਰੀਮ ਕੋਰਟ ਨੂੰ ਮੰਨਦੇ ਹਾਂ, ਦੂਜੇ ਕਿਸੇ ਨੂੰ ਨਹੀਂ ਮੰਨਦੇ। ਸੁਪਰੀਮ ਕੋਰਟ ਨੇ ਕਲੀਨ ਚਿੱਟ ਦਿੱਤੀ ਹੈ, ਦੈਟਸ ਇਟ। ਮਤਲਬ ਕਿ ਤੁਸੀਂ ਬਚ ਸਕਦੇ ਸੀ, ਪਰ ਇੱਥੇ ਬੇਲੋੜੀ ਇੱਕ ਤਾਂ ਉਸ BBC ਦੀ ਦਸਤਾਵੇਜ਼ੀ ਫਿਲਮ ਦੀ ਬਹੁਤ ਜ਼ਿਆਦਾ ਮਸ਼ਹੂਰੀ ਹੋ ਗਈ, ਜਿਗਿਆਸਾ ਜਾਗ ਪਈ। ਵੈਸੇ ਤੇ ਜੇ ਤੁਸੀਂ ਦੇਖੋ ਕਿ ਪਹਿਲਾ ਪਾਰਟ ਤਾਂ ਤਕਰੀਬਨ ਛਣ ਗਿਆ ਕਿ ਉਹਦੇ 'ਚ ਕੋਈ ਵੱਡੀ ਗੱਲ ਨਹੀਂ ਨਿਕਲੀ, ਬਸ ਸਿਰਫ ਵੱਡੀ ਗੱਲ ਤੇ ਅਲੱਗ ਗੱਲ ਇਹੋ ਨਿਕਲੀ ਕਿ ਉਹਨਾਂ ਨੇ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਕਿ ਜਿਹੜੀ UK ਦੀ ਗਵਰਨਮੈਂਟ ਸੀ ਉਹਨੇ ਉਸ ਟਾਈਮ ਇੱਕ ਰਿਪੋਰਟ ਹਾਸਲ ਕੀਤੀ ਜਿਹਦੇ 'ਚ ਮੋਦੀ ਸਰਕਾਰ ਨੂੰ ਸ਼ਾਮਲ ਪਾਇਆ ਗਿਆ। ਇਹ ਵੱਡੀ ਗੱਲ ਸੀ। ਪਰ ਇਹਨਾਂ ਨੇ ਇਹਨਾਂ ਚੀਜ਼ਾਂ ਦਾ ਤਥਾਤਮਕ ਜਵਾਬ ਦੇਣ ਦੀ ਥਾਂ ਤੇ ਕਿ ਤੁਹਾਡੇ ਦਸਤਾਵੇਜ਼ ਗਲਤ ਨੇ ਜਾਂ ਤੁਸੀਂ ਕਿਸੇ ਹੋਰ ਗਲਤ ਭਾਵਨਾ ਦੇ ਨਾਲ ਅਜਿਹਾ ਕਰ ਰਹੇ ਹੋ, ਜਦ ਕਿ ਸਾਡੇ ਕੋਲ ਸੁਪਰੀਮ ਕੋਰਟ ਦਾ ਆਰਡਰ ਹੈ, ਇਹਨਾਂ ਚੀਜ਼ਾਂ ਤੇ ਖੇਡਣ ਦੀ ਥਾਂ ਤੇ ਇਹਨਾਂ ਨੇ ਦੂਜਾ ਸੈਂਸਰਸ਼ਿਪ ਵਾਲਾ ਬੱਲਾ ਚੱਕ ਲਿਆ। ਉਹ ਥੋੜਾ ਜਿਹਾ ਮੇਰੇ ਖਿਆਲ ਦੇ ਨਾਲ ਬਹੁਤ ਅਜੀਬੋ-ਗਰੀਬ ਫੈਸਲਾ ਲੱਗਦਾ ਹੈ ਜੀ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਖੁਸ਼ਨੁਮਾ ਖਬਰ ਇਹੋ ਹੈ ਕਿ ਗਣਤੰਤਰ ਦੇ ਇੱਥੇ ਪੂਰੇ ਜਸ਼ਨ ਨੇ ਤੇ ਇਸੇ ਦਰਮਿਆਨ ਕੁਝ ਤੁਹਾਨੂੰ ਪਤਾ ਹੀ ਹੈ ਕਿ ਬੱਚਿਆਂ ਨੂੰ, ਖਾਸ ਤੌਰ ਤੇ ਛੋਟੀ ਉਮਰ ਦੇ ਬੱਚਿਆਂ ਨੂੰ ਨਾ ਬਰੇਵਰੀ ਲਈ ਉਹ ਅਵਾਰਡ ਦਿੱਤੇ ਜਾਂਦੇ ਹੁੰਦੇ ਆ। ਤਾਂ ਇਹਨਾਂ ਦੇ ਵਿੱਚ ਇੱਕ ਸੰਗਰੂਰ ਦੀ ਅਮਨਦੀਪ ਗਈ ਹੈ, ਵੀਰ ਬਾਲ ਅਵਾਰਡ ਹੁੰਦੇ ਆ, ਉਹ 14 ਸਾਲ ਦੀ ਹੈ। ਤਾਂ ਇਸ ਬੱਚੀ ਨੇ ਜਲਦੀ ਹੋਈ ਵੈਨ ਦੇ ਵਿੱਚੋਂ, ਸੜਦੀ ਹੋਈ ਸਕੂਲੀ ਵੈਨ ਦੇ ਵਿੱਚੋਂ 4 ਬੱਚਿਆਂ ਨੂੰ ਕੱਢ ਕੇ ਬਚਾਇਆ ਸੀਗਾ। ਤਾਂ ਇਸ ਬਹਾਦਰ ਬੱਚੀ ਦੀ ਇਸ ਬਹਾਦਰੀ ਨੂੰ ਸਲਾਮ ਕਰਨਾ ਬਣਦਾ। ਵੈਸੇ ਹੋਰ ਵੀ ਡਾਕਟਰ ਜਿਹੜੇ ਜੱਗੀ ਸਾਹਿਬ ਆ ਉਹਨਾਂ ਨੂੰ ਵੀ ਮਿਲ ਗਿਆ ਪਦਮ ਭੂਸ਼ਣ, ਤਾਂ ਉਹ ਵੀ ਖੁਸ਼ੀ ਦੀ ਗੱਲ ਆ। ਤਾਂ ਇਸ ਤਰ੍ਹਾਂ ਹੋਰ ਵੀ ਨੇ, ਪੁਲਿਸ ਵਾਲੇ ਵੀ ਸਾਡੇ ਕਈ ਹੈ ਜਿਨ੍ਹਾਂ ਨੇ ਅਵਾਰਡ ਜਿੱਤਿਆ। ਪਰ ਇਸ ਬੱਚੀ ਦੀ ਜਿਹੜੀ ਵੀਰ ਗਾਥਾ ਹੈ ਜਾਂ ਕਹਿ ਲਓ ਕਿ ਬਹਾਦਰੀ ਵਾਲੀ ਗਾਥਾ ਹੈ, ਉਹ ਅੱਜ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਜੀ।